ਦਿਸ਼ਾ ਪਰਿਵਰਤਨ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਤੋਂ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਅਧੀਨ ਵੇਖਦੇ ਆ ਰਹੇ ਹਾਂ ਕਿ ਬਾਈਬਲ ਖੁਸ਼ਖਬਰੀ ਦੇ ਪ੍ਰਚਾਰ ਬਾਰੇ ਕੀ ਕਹਿੰਦੀ ਹੈ। ਅਧਿਆਇਨ ਦੇ ਹਵਾਲੇ ਸਵਰੂਪ ਅਸੀਂ ਪਹਿਲਾ ਥਿਸਲੋਨੀਕਾ ਉਸ ਦੇ ਪਹਿਲੇ ਅਧਿਆਇ ਦੀ 1 ਤੋਂ ਲੈ ਕੇ 10 ਆਇਤਾਂ ਤੱਕ ਗੌਰ ਕਰਦੇ ਆ ਰਹੇ ਹਾਂ। ਨਮੂਨੇ ਸਵਰੂਪ ਅਸੀਂ ਆਪਣੀ ਥੈਸਲੋਨੀਕੀਆਂ ਦੀ ਕਲੀਸਿਆ ਦੇ ਲੋਕਾਂ ਦੀਆਂ ਜ਼ਿੰਦਗੀਆਂ ਦੇ ਉੱਤੇ ਗੌਰ ਕੀਤਾ ਤੇ ਇਸ ਦੇ ਉੱਤੇ ਗੌਰ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਵੇਖਿਆ ਕਿ ਇਹ ਕਲੀਸਿਆ ਪਰਮੇਸ਼ਵਰ ਦੇ ਆਨੰਦ ਨਾਲ ਭਰੀ ਹੋਈ ਸੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਖੁਸ਼ਖਬਰੀ ਦੀ ਸਿੱਖਿਆ ਦੇ ਉੱਤੇ ਗੌਰ ਕਰਨਾ ਜਾਰੀ ਰੱਖਾਂਗੇ। ਇਸ ਦੇ ਨਾਲ ਹੀ ਅਸੀਂ ਨਵੇਂ ਵਿਸ਼ੇ ਦੀ ਵੀ ਸ਼ੁਰੂਆਤ ਕਰਾਂਗੇ। ਇਸ ਨਵੇਂ ਵਿਸ਼ੇ ਦੇ ਵਿੱਚ ਅਸੀਂ ਵੇਖਾਂਗੇ ਕਿ ਬਾਈਬਲ ਆਤਮਿਕ ਵਰਦਾਨਾਂ ਬਾਰੇ ਕੀ ਕਹਿੰਦੀ ਹੈ। ਅਸੀਂ ਇਸ ਦੀ ਰੂਪ ਰੇਖਾ ਨੂੰ ਦੇਖਾਂਗੇ। ਦੋਸਤੋ, ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਵਚਨਾਂ ਦਾ ਅਧਿਐਨ ਕਰਕੇ ਬੜਾ ਲਾਭ ਹੋਏਗਾ ਔਰ ਤੁਸੀਂ ਬਹੁਤ ਉਤਸ਼ਾਹਿਤ ਹੋ ਰਹੇ ਹੋਵੋਗੇ, ਕਿਉਂਕਿ ਪਰਮੇਸ਼ਵਰ ਦੇ ਵਚਨ ਦੀ ਇਹ ਸਿੱਖਿਆ ਸੱਚਮੁੱਚ ਸਾਡੇ ਦਿਲਾਂ ਨੂੰ ਛੂ ਲੈਂਦੀ ਹੈ ਅਤੇ ਇਸ ਦੇ ਅਧਿਐਨ ਦੇ ਦੁਆਰਾ ਪਰਮੇਸ਼ਵਰ ਸਾਨੂੰ ਦਿਨ ਪ੍ਰਤੀ ਦਿਨ ਪਰਿਪੱਕਵ ਕਰਦਾ ਜਾਂਦਾ ਹੈ। ਦੋਸਤੋ, ਆਓ ਆਪਣੇ ਅੱਜ ਦੇ ਅਧਿਐਨ 'ਚੋਂ ਪਰਮੇਸ਼ਵਰ ਦੇ ਵਚਨ ਨੂੰ ਸਿੱਖਣਾ ਸ਼ੁਰੂ ਕਰੀਏ ਡਾਕਟਰ ਡੇਵਿਡ ਯਰਮੀਆ ਦੇ ਨਾਲ। रहेगा नाम सदा तीकर मसीदा, रहेगा नाम सदा तीकर मसीदा, रहेगा जद तलक सूरज रहेगा, रहेगा जद तलक सूरज रहेगा। उस तो बरकता सब लोग पावण, के उस तो बरकता सब लोग पावण, ते कौमा ओस्तियां धन्यवाद गावण, ते कौमा ओस्तियां धन्यवाद गावण। खुदा दा पाक ना है शान वाला, खुदा दा पाक ना है शान वाला, सदा तीकर मुबारक हो रहेगा, सदा तीकर मुबारक हो रहेगा। ਸਚਾਈ ਦੇ ਦੁਆਰਾ ਸਮਰਥ ਪਾਈ ਸੀ, ਜੋ ਕਿ ਉਹਨਾਂ ਨੇ ਵਿਸ਼ਵਾਸ ਕੀਤਾ ਸੀ ਕਿ ਸਵਰਗ ਤੋਂ ਕਿਸੇ ਵੀ ਪਲ ਪ੍ਰਭੂ ਵਾਪਸ ਆ ਸਕਦਾ ਸੀ। ਇੱਥੇ ਆਖਿਆ ਗਿਆ ਹੈ ਕਿ ਉਹ ਸਵਰਗ ਤੋਂ ਪਰਮੇਸ਼ਰ ਦੇ ਆਉਣ ਦੀ ਉਡੀਕ ਕਰ ਰਹੇ ਸਨ। ਉਡੀਕ ਸ਼ਬਦ ਜੋ ਹੈ ਇਹ ਇੱਕ ਧੀਰਜਵਾਨ ਅਤੇ ਸਥਿਰ ਸੁਚੇਤਾ ਜੋ ਕਿ ਪ੍ਰਭੂ ਯੀਸ਼ੂ ਮਸੀਹ ਦੇ ਵਾਪਸ ਆਉਣ ਦੇ ਬਾਰੇ ਹੈ, ਉਸ ਦਾ ਜ਼ਿਕਰ ਕਰਦਾ ਹੈ। ਪੌਪ ਉਸ ਦਾ ਵਾਪਸ ਆਉਣ ਦੀ ਉਡੀਕ ਕਰਨਾ, ਉਹ ਦੋ ਗੱਲਾਂ ਜਾਣਦੇ ਸਨ ਜੋ ਕਿ ਦੋਸਤੋ ਵਾਪਨ ਜਾ ਰਿਹਾ ਸੀ। ਉਹ ਜਾਣਦੇ ਸਨ ਕਿ ਪੁੱਤਰ ਉਹਨਾਂ ਨੂੰ ਫਲ ਦੇਣ ਲਈ ਸਵਰਗ ਤੋਂ ਆ ਰਿਹਾ ਸੀ, ਜੋ ਉਸ ਵਿੱਚ ਨੇਚਾ ਕਰਦੇ ਹਨ। ਅਤੇ ਉਹ ਇਹ ਵੀ ਜਾਣਦੇ ਸਨ ਕਿ ਉਹ ਕ੍ਰੋਧ ਆਕਾਸ਼ ਤੋਂ ਉਹਨਾਂ ਨੂੰ ਸਜ਼ਾ ਦੇਣ ਲਈ ਆ ਰਿਹਾ ਸੀ, ਜਿਨ੍ਹਾਂ ਨੇ ਮਸੀਹ ਦਾ ਤਿਰਸਕਾਰ ਕੀਤਾ ਸੀ, ਅਤੇ ਇਸ ਨੇ ਉਹਨਾਂ ਨੂੰ
ਪ੍ਰੇਰਿਆ ਸੀ। ਹੁਣ ਜ਼ਿਆਦਾਤਰ ਲੋਕ ਇਸ ਬਾਰੇ ਪ੍ਰਚਾਰ ਨਹੀਂ ਕਰ ਰਹੇ। ਉਹ ਸਾਡੀਆਂ ਕਲੀਸਿਆਂ ਵਿੱਚ ਭਵਿੱਖਬਾਣੀ ਬਾਰੇ ਪ੍ਰਚਾਰ ਨਹੀਂ ਕਰਦੇ। ਮੈਨੂੰ ਪਾਸਵਾਨ ਹਮੇਸ਼ਾ ਹੀ ਇਹ ਦੱਸਦੇ ਹਨ, ਮੈਂ ਪ੍ਰਚਾਰ ਕਰਨਾ ਅਤੇ ਭਵਿੱਖਬਾਣੀ ਬਾਰੇ ਲਿਖਣਾ ਬੰਦ ਕੀਤਾ ਹੈ ਕਿਉਂਕਿ ਇਹ ਢੁਕਵਾਂ ਨਹੀਂ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਉੱਪਰ ਉਠਾਏ ਜਾਣ ਤੋਂ 5 ਮਿੰਟ ਬਾਅਦ ਇਹ ਢੁਕਵਾਂ ਹੋਣ ਜਾ ਰਿਹਾ ਹੈ। ਆਮੀਨ। ਇੱਕ ਵਿਅਕਤੀ ਜੋ ਕਿ ਯਿਸੂ ਮਸੀਹ ਨੂੰ ਉਹਨਾਂ ਦੇ ਵਿਅਕਤੀਗਤ ਮੁਕਤੀ ਦਾਤੇ ਦੇ ਵਜੋਂ ਨਹੀਂ ਜਾਣਦਾ, ਜਦੋਂ ਕਲੀਸਿਆ ਉੱਪਰ ਉਠਾਏ ਜਾਣ ਦੇ ਵਕਤ ਉੱਪਰ ਚਲੀ ਜਾਵੇਗੀ, ਉਹ ਸਭ ਤੋਂ ਵੱਧ ਢੁਕਵਾਂ ਪਲ ਹੋਣ ਜਾ ਰਿਹਾ ਹੈ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਪਾਇਆ ਹੋਇਆ। ਖਾਸ ਤੌਰ ਤੇ ਜੇਕਰ ਉਹਨਾਂ ਦੇ ਉੱਪਰ ਜਾਣ ਤੋਂ ਪਹਿਲਾਂ ਕਿਸੇ ਨੇ ਵੀ ਇਸ ਦੀ ਗਵਾਹੀ ਉਹਨਾਂ ਨੂੰ ਦਿੱਤੀ ਹੋਵੇ। ਮੈਂ ਹਮੇਸ਼ਾ ਹੀ ਆਪਣੇ ਦਿਲ ਦੇ ਵਿੱਚ ਇਹ ਵਿਸ਼ਵਾਸ ਕੀਤਾ ਹੈ ਕਿ ਆਪ ਜਦੋਂ ਕਿ ਇੱਥੇ ਹੋਵੋ ਅਤੇ ਸੱਚਾਈ ਨੂੰ ਜਾਣਦੇ ਹੋਵੋ, ਆਪ ਕੋਲ ਨੇਚਾ ਕਰਨ ਦਾ ਇੱਕ ਮੌਕਾ ਆਪ ਪਾਉਂਦੇ ਹੋ। ਫਿਰ ਜਦੋਂ ਉੱਪਰ ਉਠਾਇਆ ਜਾਣਾ ਵਰਪਦਾ ਹੈ, ਉਹ ਆਪ ਦਾ ਮੌਕਾ ਜਾਂਦਾ ਰਹਿੰਦਾ ਹੈ। ਕੋਈ ਵੀ ਸਬੂਤ ਜੋ ਮੈਂ ਪਰਮੇਸ਼ਰ ਦੀ ਬਾਣੀ ਦੇ ਵਿੱਚ ਪਾਉਂਦਾ ਹਾਂ, ਉਹ ਇਹ ਨਹੀਂ ਆਖਦਾ ਕਿ ਦੂਸਰੇ ਮੌਕੇ ਦਿੱਤੇ ਜਾਂਦੇ ਹਨ। ਇਹ ਲੋਕ ਜੋ ਤਸਲੀਕਿਆ ਵਿੱਚ ਰਹਿ ਰਹੇ ਸਨ, ਉਹ ਪ੍ਰਭੂ ਦੇ ਆਉਣ ਦੀ ਉਡੀਕ ਕਰ ਰਹੇ ਸਨ। ਕਿ ਇਸ ਦੀ ਕੋਈ ਤਸਵੀਰ ਆਪ ਕੋਲ ਹੈ ਕਿ ਉਹਨਾਂ ਲੋਕਾਂ ਨੂੰ ਕਿਸ ਚੀਜ਼ ਨੇ ਪ੍ਰੇਰਿਆ ਸੀ? ਉਹ ਸ਼ਕਤੀਸ਼ਾਲੀ ਸਨ, ਉਹ ਉਤਸ਼ਾਹਪੂਰਨ ਸਨ, ਉਹ ਪ੍ਰਚਾਰਕ ਸਨ, ਉਹ ਸੰਬਤ ਸਨ। ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਕੁਝ ਹੈ ਸੀ ਜਿਸ ਵਿੱਚ ਜੀਵਨ ਗਤੀ ਦਾ ਇੱਕ ਪੱਧਰ ਪਾਇਆ ਜਾਂਦਾ ਸੀ, ਜੋ ਕਿ ਮੈਂ ਆਪਣੇ ਖੁਦ ਦੇ ਦਿਲ ਦੇ ਵਿੱਚ ਪਾਉਣ ਦੀ ਖੁਆਇਸ਼ ਰੱਖਦਾ ਹਾਂ। ਕਿ ਆਪ ਇਸ ਤਰ੍ਹਾਂ ਖੁਆਇਸ਼ ਨਹੀਂ ਕਰਦੇ ਕਿ ਉਹ ਤਰੀਕਾ ਨਹੀਂ ਹੈ ਜਿਸ ਤਰ੍ਹਾਂ ਕਿ ਇਸ ਨੂੰ ਹੋਣਾ ਚਾਹੀਦਾ ਹੈ। ਸਾਨੂੰ ਮਸੀਹ ਹੋਣਾ ਚਾਹੀਦਾ ਹੈ। ਜੇਕਰ ਅਸੀਂ ਮਸੀਹ ਹੋਣ ਦੇ ਲਈ ਸਾਰੀ ਕੋਸ਼ਿਸ਼ਾਂ ਕਰਨ ਜਾ ਰਹੇ ਹਾਂ ਅਤੇ ਯਿਸੂ ਮਸੀਹ ਵਿੱਚ ਨੇਚਾ ਕਰਨ ਦੀ, ਤਦ ਅਸੀਂ ਬਸ ਅਸਲ ਮਸੀਹ ਕਿਉਂ ਨਾ ਬਣ ਜਾਂਦੇ। ਅਸੀਂ ਬਸ ਸਭ ਕੁਝ ਕਰਕੇ ਅਤੇ ਜੇਕਰ ਇਸ ਤਰ੍ਹਾਂ ਹੀ ਹੋਣਾ ਹੈ ਤਦ ਕੱਟੜ ਵਿਅਕਤੀ ਕਿਉਂ ਨਹੀਂ ਬਣ ਜਾਂਦੇ। ਇਹੋ ਜਿਹੇ ਮਸੀਹ ਜੋ ਕਿ ਦੂਸਰੇ ਲੋਕਾਂ ਦੇ ਜੀਵਨਾਂ ਦੇ ਵਿੱਚ ਇੱਕ ਫਰਕ ਪੈਦਾ ਕਰ ਸਕਦੇ ਹਨ। ਇਹ ਖਤ ਇਸ ਕਲੀਸਿਆ ਨੂੰ ਲਿਖਿਆ ਗਿਆ ਸੀ ਕਿਉਂਕਿ ਉਹਨਾਂ ਵਿੱਚੋਂ ਕੁਝ ਇਸ ਦੇ ਬਾਰੇ ਸ਼ਸ਼ੋਪਨ ਦੇ ਵਿੱਚ ਪਏ ਹੋਏ ਸਨ। ਉਹਨਾਂ ਨੇ ਨਹੀਂ ਸੀ ਸਮਝਿਆ ਉਹਨਾਂ ਦੇ ਪਿਆਰਿਆਂ ਵਿੱਚੋਂ ਕੁਝ ਮਸੀਹੀ ਸਨ ਜੋ ਕਿ ਪਹਿਲਾਂ ਹੀ ਮਰ ਚੁੱਕੇ ਸਨ ਅਤੇ ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਨੇ ਮਸੀਹ ਦੀ ਆਮਦ ਨੂੰ ਖੋ ਲਿਆ ਹੈ। ਇਸ ਕਰਕੇ ਪਾਲੂਸ ਨੂੰ ਇਹ ਪੱਤਰੀ ਉਹਨਾਂ ਨੂੰ ਲਿਖਣੀ ਪਈ ਸੀ। ਚੌਥੇ ਅਧਿਆਇ ਵਿੱਚ ਉਹ ਇਸ ਜ਼ਿਆਦਾਤਰ ਅਧਿਆਇ ਵਿੱਚ ਉਹਨਾਂ ਨੂੰ ਇਹ ਆਖਦਾ ਬਤਾਉਂਦਾ ਹੈ ਕਿ ਉਹ ਜੋ ਮਸੀਹ ਵਿੱਚ ਮਰ ਚੁੱਕੇ ਹਨ, ਉਹ ਪਿੱਛੇ ਨਹੀਂ ਛੱਡੇ ਜਾ ਰਹੇ, ਬਲਕਿ ਉਹ ਤਾਂ ਉਹਨਾਂ ਤੋਂ ਪਹਿਲਾਂ ਹੀ ਪਹਿਲ ਦਿੱਤੀ ਜਾਵੇਗੀ, ਉਹਨਾਂ ਤੋਂ ਜੋ ਕਿ ਅਜੇ ਵੀ ਜਿੰਦਾ ਹਨ, ਅਤੇ ਉਹ ਪਹਿਲਾਂ ਉੱਪਰ ਲਿਜਾਏ ਜਾਣਗੇ। ਪਰਮੇਸ਼ਰ ਨੇ ਉਹਨਾਂ ਨੂੰ ਭੁਲਾ ਨਹੀਂ ਦਿੱਤਾ। ਇਹ ਜਾਣਨਾ ਇੱਕ ਬਹੁਤ ਹੀ ਅਦਭੁਤ ਚੀਜ਼ ਹੈ ਕਿ ਆਪ ਦੇ ਪਿਆਰੇ ਜੋ ਮਸੀਹ ਨੂੰ ਜਾਣਦੇ ਸਨ, ਉਹ ਸਵਰਗ ਵਿੱਚ ਹਨ ਅਤੇ ਇਹਨਾਂ ਵਿੱਚੋਂ ਇੱਕ ਦਿਨ ਉਹਨਾਂ ਦੀ ਦੇਹੀ ਕਬਰ ਦੇ ਵਿੱਚੋਂ ਦੁਬਾਰਾ ਉਠਾਈ ਜਾਣ ਵਾਲੀਆਂ ਹਨ ਅਤੇ ਉਹ ਪਹਿਲਾਂ ਉੱਪਰ ਲਿਜਾਈਆਂ ਜਾਣਗੀਆਂ। ਇਹੋ ਹੀ ਹੈ ਜੋ ਪਾਲੂਸ ਇੱਥੇ ਸਿਖਾਉਂਦਾ ਹੈ। ਇਹ ਤਾਂ ਸਭ ਬਸ ਪ੍ਰਭੂ ਦੇ ਵਾਪਸ ਆਉਣ ਦੀ ਉਡੀਕ ਕਰਨ ਦੇ ਬਾਰੇ ਹੀ ਹੈ। ਅਸਕਰ ਕੈਲਮਨ ਜੋ ਕਿ ਇੱਕ ਸਵਿਸ ਜਰਮਨ ਧਰਮ ਸ਼ਾਸਤਰੀ ਸੀ, ਜੋ ਕਿ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਾਣਿਆ ਸੀ, ਉਸ ਨੇ ਦੂਸਰੀ ਆਮਦ ਦੇ ਲਈ ਸਾਡੇ ਵਾਸਤੇ ਇੱਕ ਸਪਸ਼ਟ ਕਰਨ ਵਾਲੀ ਉਦਾਹਰਨ ਪੇਸ਼ ਕੀਤੀ ਹੈ। ਉਸ ਨੇ ਇਹ ਇਸ਼ਾਰਾ ਕੀਤਾ ਸੀ ਕਿ ਹਰੇਕ ਯੁੱਧ ਦੇ ਵਿੱਚ ਇੱਕ ਨਿਰਣਾਇਕ ਯੁੱਧ ਹੁੰਦਾ ਹੈ ਜੋ ਉਸ ਯੁੱਧ ਦੇ ਸਿੱਟੇ ਨੂੰ ਨਿਰਧਾਰਿਤ ਕਰਦਾ ਹੈ। ਇਸ ਤੋਂ ਬਾਅਦ ਕੋਈ ਸਵਾਲ ਇਸ ਬਾਰੇ ਨਹੀਂ ਰਹਿ ਜਾਂਦਾ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ। ਜੋ ਯੁੱਧ ਹੈ ਉਹ ਹਾਰ ਜਿੱਤ ਨੂੰ ਸਥਾਪਿਤ ਕਰਦਾ ਹੈ। ਨਰਮੰਡੀ ਤੋਂ ਬਾਅਦ ਕਦੇ ਵੀ ਕੋਈ ਸਵਾਲ ਨਹੀਂ ਸੀ ਕੀਤਾ ਗਿਆ ਕਿ ਉਸ ਯੁੱਧ ਦਾ ਸਿੱਟਾ ਕੀ ਹੋਵੇਗਾ। ਇੱਕ ਵਾਰ ਜਦੋਂ ਕਿ ਸੰਯੁਕਤ ਫੌਜਾਂ ਨੇ ਇੱਕ ਸਮੁੰਦਰੀ ਤੱਟ ਦੇ ਉੱਤੇ ਸਥਾਪਨਾ ਕਰ ਲਈ ਸੀ, ਜਿਸ ਦੇ ਦੁਆਰਾ ਸੈਨਿਕਾਂ ਅਤੇ ਹਥਿਆਰਾਂ ਨੂੰ ਉਸ ਮਹਾਦੀਪ ਉੱਤੇ ਆਉਣ ਦੀ ਇਜਾਜ਼ਤ ਦਿੱਤੀ ਗਈ, ਤਦ ਨਜੀ ਫੌਜਾਂ ਦੀ ਕਿਸਮਤ ਮੋਹਰਬੰਦ ਕੀਤੀ ਗਈ ਸੀ। ਫਿਰ ਵੀ ਇਸ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਨਾਲੋਂ ਵੀ ਜ਼ਿਆਦਾ ਅਮਰੀਕਨ ਲੋਕ ਉਸ ਜਿੱਤ ਤੋਂ ਬਾਅਦ ਮਰੇ ਸਨ ਜੋ ਕਿ ਇਸ ਯੁੱਧ ਤੋਂ ਪਹਿਲਾਂ ਮਰੇ ਸਨ। ਉਹ ਜਿੱਤ ਜੋ ਕਿ ਇੰਨੀ ਜ਼ਿਆਦਾ ਨਿਰਣਾਇਕ ਸੀ, ਉਸ ਨੇ ਜਿਸ ਨੇ ਸੰਯੁਕਤ ਫੌਜਾਂ ਦੇ ਵਿਚਕਾਰ ਮਰਨ ਦਾ ਅੰਤ ਨਹੀਂ ਸੀ ਕੀਤਾ, ਨਾ ਹੀ ਯੂਰਪੀ ਲੋਕਾਂ ਦੇ ਵਿਚਕਾਰ ਪਾਏ ਜਾਣ ਵਾਲੇ ਕਸ਼ਟ ਨੂੰ। ਉਹ ਨਿਰਣਾਇਕ ਯੁੱਧ ਲੜਿਆ ਜਾ ਚੁੱਕਾ ਸੀ ਅਤੇ ਉਸ ਖਾਸ ਦਿਨ ਜਿੱਤਿਆ ਜਾ ਚੁੱਕਾ ਸੀ, ਪਰ ਇਹ ਉਸ ਦਿਨ ਤੱਕ ਨਹੀਂ ਸੀ ਹੋਇਆ ਜੋ ਕਿ ਅਜੇ ਇੱਕ ਬਹੁਤ ਹੀ ਲੰਬਾ ਸਮਾਂ ਸੀ ਕਿ ਕਸ਼ਟ ਅਤੇ ਮੌਤ ਦਾ ਅੰਤ ਜਦੋਂ ਹੋਇਆ ਸੀ। ਇਸ ਦ੍ਰਿਸ਼ਟਾਂਤ ਵਿੱਚ ਕੈਲਮਨ ਇਹ ਗੱਲ ਆਖਦਾ ਹੈ ਕਿ ਯਿਸੂ ਦੀ ਮੌਤ ਅਤੇ ਦੁਆਰਾ ਜੀ ਉੱਠਣਾ ਉਹ ਨਿਰਣਾਇਕ ਜਿੱਤ ਸੀ ਜਿਸ ਨੇ ਇਸ ਬਾਰੇ ਸਾਰੇ ਸ਼ੱਕਾਂ ਨੂੰ ਦੂਰ ਕੀਤਾ ਸੀ ਕਿ ਇਤਿਹਾਸ ਦਾ ਅੰਤ ਕਿਵੇਂ ਹੋਵੇਗਾ। ਦੁਬਾਰਾ ਜੀ ਉੱਠਣ ਤੋਂ ਬਾਅਦ ਮਸੀਹ ਇਸ ਦਾ ਨਾਰਾ ਲਗਾ ਸਕੇ ਸਨ ਕਿ ਆਖਦੇ ਹਨ ਕਿ ਉਹ ਮਸੀਹ ਫਤਿਹਮੰਦ ਸੀ
ਅੰਧਕਾਰ ਦੀਆਂ ਫੌਜਾਂ ਹਰਾਈਆਂ ਗਈਆਂ ਸਨ, ਸ਼ੈਤਾਨ ਉੱਤੇ ਫਤਿਹ ਪਾਈ ਗਈ ਸੀ। ਪਰ ਉਸ ਦਿਨ ਜਦੋਂ ਕਿ ਯਿਸੂ ਨੂੰ ਸਲੀਬ ਉੱਤੇ ਦਿੱਤੇ ਜਾਣ ਤੋਂ ਬਾਅਦ ਅਤੇ ਉਹ ਸਮਾਂ ਜਦੋਂ ਕਿ ਯਿਸੂ ਜੀ ਵਾਪਸ ਇਤਿਹਾਸ ਵਿੱਚ ਆਉਂਦੇ ਹਨ, ਜੋ ਕਿ ਪਰਮੇਸ਼ਰ ਦੀ ਫਤਿਹ ਦਾ ਦਿਨ ਹੋਵੇਗਾ। ਇਸ ਦੇ ਵਿਚਕਾਰ ਕਸ਼ਟ, ਦੁੱਖ ਤੇ ਮੌਤ ਹੋਵੇਗੀ। ਇਹ ਜਦੋਂ ਜਹਿਦ ਜਾਰੀ ਰਹੇਗੀ। ਪਰ ਜਦੋਂ ਅਸੀਂ ਇਸ ਜਦੋਂ ਜਹਿਦ ਨੂੰ ਜਾਰੀ ਰੱਖਾਂਗੇ, ਹਾਂ, ਅਸੀਂ ਇਸੇ ਤਰ੍ਹਾਂ ਆਸ ਦੇ ਲੋਕ ਹੁੰਦੇ ਹੋਏ ਕਰਦੇ ਹਾਂ, ਇਹ ਜਾਣਦੇ ਹੋਇਆ ਕਿ ਉਹ ਨਿਰਣਾਇਕ ਯੁੱਧ ਜਿੱਤਿਆ ਜਾ ਚੁੱਕਾ ਸੀ। ਅਸੀਂ ਅੰਧਕਾਰ ਦੀਆਂ ਸ਼ਕਤੀਆਂ ਦੇ ਵਿਰੁੱਧ ਜਦੋਂ ਜਹਿਦ ਇਸ ਜਾਣਕਾਰੀ ਨਾਲ ਕਰਦੇ ਹਾਂ ਜੋ ਫਤਿਹ ਹੈ, ਨਿਸ਼ਚਿੰਤ ਹੈ। ਅਸੀਂ ਉਸ ਫਤਿਹ ਦੀ ਇੰਤਜ਼ਾਰ ਕਰਦੇ ਹਾਂ। ਅਸੀਂ ਉਸ ਘੜੀ ਦੀ ਇੰਤਜ਼ਾਰ ਕਰਦੇ ਹਾਂ। ਪਰਮੇਸ਼ਰ ਦਾ ਉਹ ਦਿਨ ਸਾਨੂੰ ਪਰਮੇਸ਼ਰ ਦੇ ਫਤਿਹ ਦੇ ਦਿਨ ਬਾਰੇ ਨਿਸ਼ਚਿੰਤ ਬਖਸ਼ਦਾ ਹੈ। ਇਹੋ ਹੀ ਹੈ ਜਿਸ ਤਰ੍ਹਾਂ ਕਿ ਇਹ ਲੋਕ ਸਨ। ਇਸ ਤਰ੍ਹਾਂ ਨਹੀਂ ਸੀ ਕਿ ਉਹਨਾਂ ਦੀਆਂ ਮੁਸ਼ਕਲਾਂ ਸਭ ਖਤਮ ਹੋ ਚੁੱਕੀਆਂ ਸਨ। ਉਹ ਵੱਡੇ ਕਸ਼ਟ ਦੇ ਵਿੱਚ, ਮੁਸੀਬਤ ਅਤੇ ਸਤੋਵ ਦੇ ਵਿੱਚ ਜੀ ਰਹੇ ਸਨ। ਪਰ ਉਹਨਾਂ ਦੇ ਦਿਲਾਂ ਦੇ ਅੰਦਰ ਉਹ ਜਾਣਦੇ ਸਨ ਕਿ ਸਲੀਬ ਉੱਤੇ ਫਤਿਹ ਪਾਈ ਜਾ ਚੁੱਕੀ ਸੀ। ਉਹ ਫਤਿਹ ਦੇ ਵਿੱਚ ਸ਼ਰੀਕ ਹੋਣ ਸਨ। ਜਦੋਂ ਕਿ ਉਸ ਮੌਤ ਦੇ ਦਿਨ ਅਤੇ ਫਤਿਹ ਦੇ ਦਿਨ ਦੇ ਵਿਚਕਾਰ ਕੁਝ ਚੀਜ਼ਾਂ ਖੋਈਆਂ ਗਈਆਂ ਸਨ, ਫਿਰ ਵੀ ਉਹ ਧੀਰਜਵਾਨ ਹੋ ਕੇ ਪ੍ਰਭੂ ਦੇ ਲਈ ਦਿਲਾਸੇ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਇਸ ਨੇ ਜੀਵਨ ਬਾਰੇ ਉਹਨਾਂ ਦੇ ਸਾਰੇ ਨਜ਼ਰੀਏ ਨੂੰ ਬਦਲ ਦਿੱਤਾ ਸੀ। ਜੇਕਰ ਅਸੀਂ ਇਸ ਤਰ੍ਹਾਂ ਦਾ ਨਜ਼ਰੀਆ ਨਹੀਂ ਰੱਖਦੇ, ਤਦ ਅਸੀਂ ਕੁਝ ਘਟੀਆ ਦੇ ਵੱਲ ਨਜ਼ਰ ਮਾਰ ਸਕਦੇ ਹਾਂ ਅਤੇ ਉਹ ਸਲੀਬ ਦੇ ਉੱਤੇ ਜੋ ਅਸੀਂ ਤੱਕਦੇ ਹਾਂ ਅਤੇ ਅਸੀਂ ਨਿਰਾਸ਼ ਹੋ ਸਕਦੇ ਹਾਂ। ਆਮੀਨ। ਅਗਲੀ ਵਾਰ ਜਦੋਂ ਵੀ ਸ਼ੈਤਾਨ ਆਪ ਦੇ ਲਾਗੇ ਖੜਾ ਹੋਣਾ ਆਰੰਭ ਕਰਦਾ ਹੈ ਅਤੇ ਉਹਨਾਂ ਗੱਲਾਂ ਦੇ ਬਾਰੇ ਆਪ ਨੂੰ ਕੋਸਦਾ ਹੈ ਜੋ ਆਪ ਦੇ ਜੀਵਨ ਦੇ ਵਿੱਚ ਬਰਪ ਚੁੱਕੀਆਂ ਹਨ, ਅਗਲੀ ਵਾਰ ਜਦੋਂ ਉਹ ਆਪ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਆਪ ਉਸ ਨੂੰ ਯਾਦ ਦਿਲਾਓ ਕਿ ਯੁੱਧ ਖਤਮ ਹੋ ਚੁੱਕਾ ਹੈ। ਅਗਲੀ ਵਾਰ ਜਦੋਂ ਸ਼ੈਤਾਨ ਆਪ ਦੇ ਲਾਗੇ ਖੜਾ ਹੋਵੇ ਆਰੰਭ ਕਰਦਾ ਹੈ ਅਤੇ ਆਪ ਦੇ ਜੀਵਨ ਦੇ ਵਿੱਚ ਬਰਪ ਚੁੱਕੀਆਂ ਉਹਨਾਂ ਗੱਲਾਂ ਬਾਰੇ ਜਦੋਂ ਢੰਡੋਰਾ ਪਿੱਟਦਾ ਹੈ ਅਤੇ ਅਗਲੀ ਵਾਰ ਜਦੋਂ ਉਹ ਆਪ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ, ਆਪ ਉਸ ਨੂੰ ਯਾਦ ਦਿਲਾਓ ਕਿ ਯੁੱਧ ਖਤਮ ਹੋ ਚੁੱਕਾ ਹੈ। ਅਸੀਂ ਤਾਂ ਸਿਰਫ ਜਸ਼ਨ ਦੀ ਉਡੀਕ ਕਰ ਰਹੇ ਹਾਂ। ਮੈਨੂੰ ਉਹ ਬਹੁਤ ਪਸੰਦ ਹੈ ਜੋ ਕਿਸੇ ਨੇ ਆਖਿਆ ਸੀ ਕਿ ਜਦੋਂ ਸ਼ੈਤਾਨ ਆਪ ਨੂੰ ਆਪ ਦੇ ਬੀਤੇ ਸਮੇਂ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਤਦ ਆਪ ਉਸ ਨੂੰ ਉਸ ਦੇ ਭਵਿੱਖ ਦੇ ਬਾਰੇ ਦੱਸੋ ਕਿ ਇਹ ਇੱਕ ਮਹਾਨ ਵਿਚਾਰ ਨਹੀਂ ਹੈ। ਆ ਬਸ ਉਸ ਨੂੰ ਦੱਸੋ ਕਿ ਪਰਮੇਸ਼ਰ ਦੇ ਮਨ ਦੇ ਵਿੱਚ ਉਸ ਦੇ ਲਈ ਕੀ ਹੈ। ਅਸੀਂ ਪਹਿਲਾਂ ਹੀ ਉਹ ਜਾਣਦੇ ਹਾਂ ਕਿ ਅਸੀਂ ਨਹੀਂ ਜਾਣਦੇ। ਅਸੀਂ ਆਖਰੀ ਅਧਿਆਇ ਨੂੰ ਪੜ੍ਹ ਚੁੱਕੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਕੀ ਕੁਝ ਕਰਨ ਦੇ ਯੋਗ ਹੈ ਅਤੇ ਉਸ ਦੇ ਕਰਕੇ ਅਸੀਂ ਧੀਰਜ ਨਾਲ ਅਤੇ ਜੋਸ਼ ਦੇ ਨਾਲ ਇੰਤਜ਼ਾਰ ਕਰ ਸਕਦੇ ਹਾਂ ਅਤੇ ਅਸੀਂ ਆਪਣੀ ਨੇਚਾ ਦੇ ਬਾਰੇ ਪ੍ਰਸਾਰਿਕ ਹੋ ਸਕਦੇ ਹਾਂ। ਬਾਈਬਲ ਬਾਣੀ ਦੇ ਭਾਗ ਜੋ ਵਰਦਾਨਾਂ ਨੂੰ ਪੇਸ਼ ਕਰਦੇ ਹਨ, ਵਰਦਾਨਾਂ ਦੀ ਪ੍ਰਦਰਸ਼ਨ ਭਾਗ ਊੜਾ, ਵਿਸ਼ੇਸ਼ ਵਰਦਾਨ ਜੋ ਪਰਮੇਸ਼ਰ ਦੇ ਲੋਕਾਂ ਨੂੰ ਲੈਸ ਕਰਨ ਲਈ ਹਨ। ਐੜਾ ਭਾਗ ਪਰਮੇਸ਼ਰ ਦੀ ਸਚਾਈ ਦੀ ਵਿਆਖਿਆ ਕਰਨ ਵੱਲੋਂ ਬੋਲਣ ਨਾਲ ਸੰਬੰਧਿਤ। ਈੜੀ ਭਾਗ ਪਰਮੇਸ਼ਰ ਦੇ ਕਾਰਨ ਨੂੰ ਯੋਗ ਬਣਾਉਣ ਲਈ ਸੇਵਾ ਦੇ ਵਰਦਾਨ। ਸੱਸਾ ਭਾਗ ਚਿੰਨ੍ਹਾਂ ਵਾਲੇ ਵਰਦਾਨ ਜੋ ਪਰਮੇਸ਼ਰ ਦੇ ਇਖਤਿਆਰ ਨੂੰ ਸਥਾਪਿਤ ਕਰਨ ਲਈ ਹਨ। ਵਰਦਾਨਾਂ ਦੇ ਬਾਰੇ ਨਜ਼ਰੀਏ ਭਾਗ ਊੜਾ ਵਰਦਾਨਾਂ ਉਹਨਾਂ ਕੁਦਰਤੀ ਯੋਗਤਾਵਾਂ ਜਾਂ ਤੋੜਿਆਂ ਤੋਂ ਭਿੰਨ ਹਨ ਜੋ ਵਿਸ਼ਵਾਸੀ ਪੈਦਾ ਕਰਨ ਦੇ ਯੋਗ ਹੈ। ਐੜਾ ਭਾਗ ਵਰਦਾਨ ਆਤਮਾ ਦੇ ਫਲ ਤੋਂ ਭਿੰਨ ਹਨ। ਈੜੀ ਭਾਗ ਵਰਦਾਨ ਪਰਮੇਸ਼ਰ ਦੀ ਸਰਬ ਉੱਚਤਾ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਸੱਸਾ ਭਾਗ ਵਰਦਾਨ ਪਵਿੱਤਰ ਆਤਮਾ ਦੁਆਰਾ ਵੰਡੇ ਜਾਂਦੇ ਹਨ। ਪ੍ਰਭੂ ਦੇ ਦੁਆਰਾ ਉਹਨਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਪਰਮੇਸ਼ਰ ਪਿਤਾ ਦੇ ਨਤੀਜੇ ਵਜੋਂ ਅਸਰ ਪੈਦਾ ਕਰਦੇ ਹਨ। ਭਾਗ ਹਾਹਾ ਵਰਦਾਨ ਹਰੇਕ ਵਿਸ਼ਵਾਸੀ ਨੂੰ ਦਿੱਤੇ ਗਏ ਹਨ। ਵਰਦਾਨਾਂ ਦਾ ਉਦੇਸ਼ ਭਾਗ ਊੜਾ ਵਿਸ਼ਵਾਸੀਆਂ ਨੂੰ ਲੈਸ ਕਰਨਾ। ਭਾਗ ਐੜਾ ਸਮੁੱਚੀ ਕਲੀਸਿਆ ਨੂੰ ਉੱਨਤੀ ਪ੍ਰਦਾਨ ਕਰਨਾ। ਭਾਗ ਈੜੀ ਵਿਸ਼ਵਾਸੀਆਂ ਨੂੰ ਸਥਾਪਿਤ ਕਰਨਾ। ਭਾਗ ਸੱਸਾ ਵਿਸ਼ਵਾਸੀਆਂ ਨੂੰ ਉਤਸ਼ਾਹਿਤ ਕਰਨਾ। ਭਾਗ ਹਾਹਾ ਸਮੁੱਚੀ ਕਲੀਸਿਆ ਦੀ ਪ੍ਰਭਾਵਪੂਰਨਤਾ। ਭਾਗ ਕੱਕਾ ਕਲੀਸਿਆ ਦਾ ਵਧਣਾ। ਭਾਗ ਖੱਖਾ ਮਸੀਹ ਨੂੰ ਉੱਚਾ ਚੁੱਕਣਾ। ਵਰਦਾਨਾਂ ਨਾਲ ਸੰਬੰਧਿਤ ਸਮੱਸਿਆਵਾਂ। ਭਾਗ ਊੜਾ ਆਤਮਿਕਤਾ ਦੀ ਸਮੱਸਿਆ। ਭਾਗ ਐੜਾ ਮਾਹਿਰ ਦੀ ਸਮੱਸਿਆ। ਭਾਗ ਈੜੀ ਸੇਵਾ ਕੇਂਦਰਿਤ ਹੋਣ ਦੀ ਸਮੱਸਿਆ। ਆਪ ਦਾ ਆਤਮਿਕ ਵਰਦਾਨ ਖੋਜਣ ਵਿੱਚ ਆਪ ਦੀ ਮਦਦ ਕਰਨ ਲਈ 5 ਨੁਕਤੇ। ਨੰਬਰ 1 ਜਾਂਚ ਪੜਤਾਲ। ਨੰਬਰ 2 ਸ਼ਾਮਲ ਹੋਣਾ। ਨੰਬਰ 3 ਰੁਚੀ। ਨੰਬਰ 4 ਆਪਸੀ ਗੱਲਬਾਤ। ਨੰਬਰ 5 ਅੰਤਰ ਨਿਰੀਪਣ। ਸਾਡੇ ਪਰਿਵਾਰ ਵਿੱਚ ਮੇਰੇ ਛੋਟੇ ਹੋਣ ਤੋਂ ਲੈ ਕੇ ਹੁਣ ਤੱਕ ਜਦੋਂ ਕਿ ਮੈਂ ਦਾਦਾ ਹਾਂ, ਸਭ ਤੋਂ ਵੱਧ ਉਤਸਕ ਕੰਮਾਂ ਵਿੱਚ ਇੱਕ ਕ੍ਰਿਸਮਸ ਦੀ ਸਵੇਰ ਅਤੇ ਤੋਹਫਿਆਂ ਦਾ ਖੋਲ੍ਹਣ ਰਿਹਾ ਹੈ। ਮੇਰੇ ਮਾਪੇ
ਇਸ ਦਾ ਖਾਸ ਪ੍ਰਬੰਧ ਕਰਦੇ ਸਨ ਅਤੇ ਮੇਰੀ ਪਤਨੀ ਨੇ ਇਸ ਨੂੰ ਮੇਰੇ ਬੱਚਿਆਂ ਵਾਸਤੇ ਖਾਸ ਬਣਾਇਆ। ਅਤੇ ਹੁਣ ਸਾਡੇ ਪੋਤੇ ਪੋਤੀਆਂ ਲਈ ਮੈਂ ਸੋਚਦਾ ਹਾਂ ਕਿ ਮੈਂ ਆਪ ਨੂੰ ਦੱਸ ਚੁੱਕਾ ਹਾਂ ਕਿ ਸਾਡੇ ਬੱਚੇ ਬਹੁਤ ਉਤਸੁਕ ਹੁੰਦੇ ਹਨ ਅਤੇ ਉਹ ਇਹ ਜਾਣਨ ਦੀ ਕੋਸ਼ਿਸ਼ ਕਰਦੇ ਸਨ ਕਿ ਉਹਨਾਂ ਬੰਦ ਡੱਬਿਆਂ ਵਿੱਚ ਕੀ ਸੀ, ਅਤੇ ਮੇਰੀ ਪਤਨੀ ਨੇ ਆਪਣੇ ਹੀ ਖੁਦ ਦੇ ਗੁਪਤ ਨੰਬਰ ਨੂੰ ਲਗਾਉਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਹ ਇੱਕ ਨੰਬਰ ਇੱਕ ਬੰਦ ਡਿੱਬੇ ਉੱਤੇ ਲਗਾਉਂਦੀ ਸੀ, ਜਿਸ ਨੂੰ ਕੋਈ ਵੀ ਨਹੀਂ ਸੀ ਜਾਣਦਾ ਹੁੰਦਾ, ਅਤੇ ਫਿਰ ਕੋਈ ਵੀ ਨਹੀਂ ਸੀ ਜਾਣਦਾ ਹੁੰਦਾ ਕਿ ਕਿਸ ਦਾ ਤੋਹਫਾ ਉਸ ਰੁੱਖ ਦੇ ਹੇਠਾਂ ਸੀ। ਇਸ ਕਰਕੇ ਉਹ ਜਿੰਨਾ ਵੀ ਚਾਹੁੰਦਾ ਉਸ ਨੂੰ ਹਿਲਾ ਸਕਦੇ ਸਨ, ਪਰ ਹੋ ਸਕਦਾ ਸੀ ਕਿ ਇਹ ਉਹਨਾਂ ਦਾ ਨਾ ਹੋਵੇ। ਇੱਕ ਸਾਲ ਅਸੀਂ ਉਸ ਗੁਪਤ ਨੰਬਰ ਨੂੰ ਗਵਾ ਲਿਆ ਸੀ, ਮੈਨੂੰ ਉਸ ਬਾਰੇ ਯਾਦ ਹੈ। ਅਸੀਂ ਦੁਬਾਰਾ ਇਸ ਨੂੰ ਲੱਭ ਲਿਆ, ਪਰ ਇਹ ਹਮੇਸ਼ਾ ਹੀ ਬਹੁਤ ਉਤਸੁਕ ਕਰਨ ਵਾਲਾ ਹੁੰਦਾ ਆਇਆ। ਅਤੇ ਹੁਣ ਜਦੋਂ ਕਿ ਸਾਡੇ ਬੱਚਿਆਂ ਦੇ ਬੱਚੇ ਹਨ ਅਤੇ ਪੋਤੇ ਪੋਤੀਆਂ ਵੀ ਆਉਂਦੇ ਹਨ, ਉਹਨਾਂ ਨੂੰ ਤੱਕਣਾ ਅਤੇ ਉਹਨਾਂ ਦੇ ਜੋਸ਼ ਨੂੰ ਜੋ ਉਹ ਆਪਣੇ ਤੋਹਫਿਆਂ ਨੂੰ ਖੋਲਣ ਵਿੱਚ ਪਾਉਂਦੇ ਹਨ, ਮੇਰੀ ਖੁਆਇਸ਼ ਹੈ ਕਿ ਇੱਕ ਪਲ ਲਈ ਆਪ ਮੇਰੇ ਨਾਲ ਕਲਪਨਾ ਕਰੋ ਕਿ ਇੱਕ ਮਾਪੇ ਵਜੋਂ ਆਪ ਕਿਵੇਂ ਮਹਿਸੂਸ ਕਰੋਗੇ ਜੇਕਰ ਕ੍ਰਿਸਮਸ ਵਾਲੇ ਦਿਨ ਜਦੋਂ ਤੁਹਾਡੇ ਬੱਚਿਆਂ ਦੇ ਹੱਥਾਂ ਵਿੱਚ ਤੋਹਫੇ ਦਿੱਤੇ ਜਾਣ ਅਤੇ ਬੱਚੇ ਬਸ ਉਹਨਾਂ ਨੂੰ ਲੈ ਕੇ ਆਖਣਾ ਆਪ ਦਾ ਧੰਨਵਾਦ, ਅਤੇ ਫਿਰ ਉਹਨਾਂ ਤੋਹਫਿਆਂ ਨੂੰ ਖੋਲਣ ਦੀ ਕੋਸ਼ਿਸ਼ ਕੀਤੇ ਬਗੈਰ ਹੀ ਇੱਕ ਪਾਸੇ ਰੱਖ ਦੇਣ, ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੇ ਬਗੈਰ ਕਿ ਇਹਨਾਂ ਬੰਦ ਡਿੱਬਿਆਂ ਦੇ ਅੰਦਰ ਕੀ ਸੀ। ਪਰ ਕਲਪਨਾ ਕਰੋ ਕਿ ਪ੍ਰਭੂ ਕਿਵੇਂ ਮਹਿਸੂਸ ਕਰਦਾ ਹੋਵੇਗਾ ਜਦੋਂ ਕਿ ਉਹ ਸਾਨੂੰ ਇਹੋ ਜਿਹੇ ਵਰਦਾਨ ਦੇ ਚੁੱਕਾ ਹੈ ਜਿਨ੍ਹਾਂ ਬਾਰੇ ਉਸ ਦਾ ਇਰਾਦਾ ਹੈ ਕਿ ਅਸੀਂ ਉਹਨਾਂ ਦਾ ਇਸਤੇਮਾਲ ਕਰੀਏ, ਅਤੇ ਫਿਰ ਵੀ ਅਸੀਂ ਤਾਂ ਇਹ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਉਹ ਕੀ ਹਨ। ਅਸੀਂ ਤਾਂ ਕਦੇ ਵੀ ਉਹਨਾਂ ਤੋਂ ਕੰਮ ਹੀ ਨਹੀਂ ਲੈਂਦੇ, ਅਤੇ ਫਿਰ ਅਸੀਂ ਪ੍ਰਭੂ ਦੀ ਸੇਵਾ ਕਰਨ ਤੋਂ ਆਪਣੇ ਆਪ ਲਈ ਇਹ ਕਹਿ ਕੇ ਬਹਾਨੇ ਲਾਉਂਦੇ ਹਾਂ ਕਿ ਅਸੀਂ ਤਾਂ ਕੁਝ ਵੀ ਨਹੀਂ ਕਰ ਸਕਦੇ। ਇੱਕ ਪਾਸਵਾਨ ਵਜੋਂ ਮੈਂ ਇਹ ਸੋਚਣ ਤੋਂ ਨਹੀਂ ਰਹਿ ਸਕਦਾ ਕਿ ਜੇਕਰ ਹਰੇਕ ਮੈਂਬਰ ਆਪਣੇ ਵਰਦਾਨ ਨੂੰ ਖੋਜ ਲਵੇ ਅਤੇ ਫਿਰ ਉਸ ਵਰਦਾਨ ਦਾ ਇਸਤੇਮਾਲ ਦੇਹ ਦੇ ਅੰਦਰ ਰਹਿੰਦਿਆਂ ਆਪਣੀ ਖੁਦ ਦੀ ਉન્નਤੀ ਅਤੇ ਕਲੀਸਿਆ ਦੀ ਉન્નਤੀ ਵਾਸਤੇ ਕਰੇ, ਤਦ ਉਸ ਕਲੀਸਿਆ ਦੀ ਸੰਭਾਵਨਾ ਵੀ ਕੁਝ ਹੋਵੇਗੀ। ਇਸ ਬਾਰੇ ਸੋਚਣਾ ਤਾਂ ਵੀ ਹੀ ਜ਼ਬਰਦਸਤ ਹੋਵੇਗਾ ਕਿ ਫਿਰ ਕੁਝ ਵਰਪੇਗਾ। ਬਾਈਬਲ ਇਹ ਸਿਖਾਉਂਦੀ ਹੈ ਕਿ ਪਰਮੇਸ਼ਰ ਹਰੇਕ ਮਸੀਹ ਨੂੰ ਇੱਕ ਖਾਸ ਆਤਮਿਕ ਵਰਦਾਨ ਉਸ ਮਸੀਹੀ ਨੂੰ ਕਿਸੇ ਖਾਸ ਸੇਵਾ ਲਈ ਲੈਸ ਕਰਨ ਵਾਸਤੇ ਦਿੰਦਾ ਹੈ। ਇੱਕ ਆਤਮਿਕ ਵਰਦਾਨ ਦੀ ਸਰਬ ਉੱਤਮ ਪਰਿਭਾਸ਼ਾ ਇਸ ਤਰ੍ਹਾਂ ਹੈ: ਇੱਕ ਆਤਮਿਕ ਵਰਦਾਨ ਇੱਕ ਖਾਸ ਯੋਗਤਾ ਦੂਸਰੇ ਲੋਕਾਂ ਦੀ ਸੇਵਾ ਕਰਨ ਲਈ ਹੁੰਦੀ ਹੈ। ਇੱਕ ਅਜਿਹੀ ਯੋਗਤਾ ਜੋ ਪਵਿੱਤਰ ਆਤਮਾ ਦੀ ਕਿਰਪਾ ਵਜੋਂ ਇੱਕ ਵਿਸ਼ਵਾਸੀ ਨੂੰ ਬਖਸ਼ੀ ਜਾਂਦੀ ਹੈ। ਜਿਉਂ ਹੀ ਆਪ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਸੀ, ਆਪ ਨੇ ਦੋ ਵਰਦਾਨ ਪਾਏ ਸਨ। ਆਪ ਨੇ ਸੰਦੀਪਕ ਜੀਵਨ ਦਾ ਵਰਦਾਨ ਪਾਇਆ ਅਤੇ ਆਪ ਨੇ ਇੱਕ ਆਤਮਿਕ ਵਰਦਾਨ ਨੂੰ ਸੇਵਾ ਵਿੱਚ ਇਸਤੇਮਾਲ ਕਰਨ ਲਈ ਪ੍ਰਾਪਤ ਕੀਤਾ ਸੀ। ਮੇਰੇ ਲਈ ਇਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਕਿੰਨੇ ਹੀ ਮਸੀਹ ਇੱਕ ਵਿਸ਼ਵਾਸੀ ਵਜੋਂ ਉਸ ਦੇ ਸਾਰੇ ਅਨੁਭਵਾਂ ਵਿੱਚੋਂ ਗੁਜ਼ਰਦੇ ਹਨ ਅਤੇ ਉਹ ਕਦੇ ਵੀ ਇਹ ਨਹੀਂ ਸਿੱਖਦੇ ਕਿ ਪਰਮੇਸ਼ਰ ਨੇ ਉਹਨਾਂ ਨੂੰ ਕੁਝ ਖਾਸ ਤਰੀਕੇ ਨਾਲ ਵਰਦਾਨ ਦਿੱਤੇ ਹਨ। ਜੇਕਰ ਮੈਂ ਇਸ ਨੂੰ ਇੱਕ ਵਾਰ ਸੁਣ ਚੁੱਕਾ ਹਾਂ, ਮੈਂ ਤਾਂ ਇਸ ਨੂੰ ਵਿਸ਼ਵਾਸੀਆਂ ਤੋਂ 1000 ਵਾਰ ਸੁਣਿਆ ਹੈ। ਜੀ ਹਾਂ, ਮੈਨੂੰ ਤਾਂ ਕੁਝ ਵੀ ਕਰਨ ਦਾ ਵਰਦਾਨ ਨਹੀਂ ਦਿੱਤਾ ਗਿਆ ਹੈ। ਇਹ ਤਾਂ ਸੰਪੂਰਨ ਤੌਰ ਤੇ ਅਸੰਭਵ ਹੈ। ਸਰਵਸ਼ਕਤੀਮਾਨ ਪਰਮੇਸ਼ਰ ਨੇ ਸਾਡੇ ਵਿੱਚੋਂ ਹਰੇਕ ਨੂੰ ਸੇਵਾ ਦੇ ਕੁਝ ਨਾਪ ਲਈ ਵਰਦਾਨ ਦਿੱਤੇ ਹਨ। ਆਪ ਆਖਦੇ ਹੋ, ਠੀਕ ਹੈ ਪਾਸਵਾਨ ਜਰਮੀਆ ਜੀ, ਪਰ ਆਪ ਇਸ ਨੂੰ ਬਾਈਬਲ ਵਿੱਚ ਕਿੱਥੇ ਪਾਉਂਦੇ ਹੋ? ਪਹਿਲਾ ਭਾਗ, ਬਾਈਬਲ ਬਾਣੀ ਦੇ ਭਾਗ ਜੋ ਵਰਦਾਨਾਂ ਨੂੰ ਪੇਸ਼ ਕਰਦੇ ਹਨ। ਆਪ ਨੂੰ ਦਿੱਤੀ ਰੂਪ ਰੇਖਾ ਵਿੱਚ ਪਹਿਲੇ ਨੰਬਰ ਤੇ ਬਾਈਬਲ ਬਾਣੀ ਦੇ ਉਹ ਭਾਗ ਹਨ ਜੋ ਵਰਦਾਨਾਂ ਨੂੰ ਪੇਸ਼ ਕਰਦੇ ਹਨ। ਗੌਰ ਕਰੋ ਜੋ ਇਹ ਵਚਨ ਕੀ ਆਖਦੇ ਹਨ। ਪਹਿਲਾ ਕਰੰਥੀਆਂ 12 ਦੇ 8 ਵਚਨ, 10 ਵਚਨ, 28 ਵਚਨ। ਇੱਕ ਨੂੰ ਤਾਂ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ ਅਤੇ ਦੂਜੇ ਨੂੰ ਉਸੇ ਆਤਮਾ ਦੇ ਅਨੁਸਾਰ ਵਿਦਿਆ ਦੀ ਗੱਲ, ਅਤੇ ਹੋਰ ਕਿਸੇ ਨੂੰ ਉਸੇ ਆਤਮਾ ਤੋਂ ਨੇਚਾ, ਅਤੇ ਹੋਰ ਕਿਸੇ ਨੂੰ ਉਸੇ ਇੱਕੋ ਹੀ ਆਤਮਾ ਤੋਂ ਨਰੋਇਆ ਕਰਨ ਦੀ ਦਾਤ ਦਿੱਤੀ ਜਾਂਦੀ ਹੈ, ਅਤੇ ਹੋਰ ਕਿਸੇ ਨੂੰ ਕਰਮਤਾ ਵਿਖਾਉਣ ਦੀ ਸਾਮਰਥ, ਅਤੇ ਹੋਰ ਕਿਸੇ ਨੂੰ ਅਗੰਮ ਵਾਕ, ਅਤੇ ਹੋਰ ਕਿਸੇ ਨੂੰ ਆਤਮਾ ਦੀ ਪਛਾਣ, ਅਤੇ ਹੋਰ ਨੂੰ ਅਨੇਕ ਪ੍ਰਕਾਰ ਦੀਆਂ ਭਾਸ਼ਾ, ਅਤੇ ਹੋਰ ਕਿਸੇ ਨੂੰ ਭਾਸ਼ਾ ਦਾ ਅਰਥ ਕਰਨਾ। ਅਤੇ ਕਲੀਸਿਆ ਵਿੱਚ ਪਰਮੇਸ਼ਰ ਨੇ ਕਈਆਂ ਨੂੰ ਥਾਪਿਆ ਹੋਇਆ ਹੈ, ਪਹਿਲਾ ਰਸੂਲ ਨੂੰ, ਦੂਜੇ ਨਬੀਆਂ ਨੂੰ, ਤੀਜੇ ਉਪਦੇਸ਼ਕਾਂ ਨੂੰ, ਫਿਰ ਕਰਾਮਾਤੀਆਂ ਨੂੰ, ਫਿਰ ਨਰੋਇਆ ਕਰਨ ਵਾਲਿਆਂ ਨੂੰ। ਇਹ ਦਾਤਾਂ ਦਿੱਤੀਆਂ ਗਈਆਂ ਹਨ ਉਪਕਾਰੀਆਂ ਨੂੰ, ਹਾਕਮਾਂ ਨੂੰ, ਅਤੇ ਅਨੇਕ ਪ੍ਰਕਾਰ ਦੀਆਂ ਭਾਸ਼ਾ ਬੋਲਣ ਵਾਲਿਆਂ ਨੂੰ। ਰੋਮੀਓ 12 ਦੇ 6 ਔਰ 8 ਵਚਨ। ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ ਵੱਖੋ ਵੱਖਰੀਆਂ ਦਾਤਾਂ ਮਿਲੀਆਂ। ਫਿਰ ਜੇ ਉਹ ਨਬੂਵਤ ਹੋਵੇ
ਤੇ ਆਪਣੀ ਨੇਚਾ ਦੇ ਸਮਾਨ ਨਬੂਵਤ ਕਰੀਏ। ਜੇ ਸੇਵਾ ਹੋਵੇ ਤਾਂ ਆਪਣੀ ਸੇਵਾ ਵਿੱਚ ਰਹੀਏ, ਜੇ ਸਿਖਾਉਣ ਵਾਲਾ ਹੋਵੇ ਤਾਂ ਸਿੱਖਣ ਦੇ ਕੰਮ ਵਿੱਚ ਰਹੇ, ਜੇ ਉਪਦੇਸ਼ ਹੋਵੇ ਤਾਂ ਉਪਦੇਸ਼ ਕਰਨ ਵਿੱਚ ਲੱਗਾ ਰਵੇ ਔਰ ਖੁੱਲੇ ਦਿਲ ਨਾਲ ਦੇਵੇ। ਉਪਕਾਰ ਤਰਦ ਨਾਲ ਹੋਵੇ, ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ। ਇਫਸੀਆਂ 4 ਅਧਿਆਇ 11 ਔਰ 12 ਵਚਨ। ਉਹਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਪਾਸਵਾਨ ਅਤੇ ਉਸਤਾਦ ਕਰਕੇ ਦੇ ਦਿੱਤਾ ਹੈ, ਤਾਂ ਜੋ ਸੇਵਕਾਈ ਦਾ ਕੰਮ ਲਈ ਸੰਤ ਸਿੱਧੇ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਏ। ਹੁਣ ਮੈਂ ਇਹ ਜਲਦੀ ਪੜ੍ਹਿਆ ਹੈ, ਮੈਂ ਚਾਹਿਆ ਕਿ ਆਪ ਉਹਨਾਂ ਨੂੰ ਤੱਕੋ, ਕਿਉਂਕਿ ਬਾਈਬਲ ਬਾਣੀ ਦੇ ਉਹਨਾਂ 3 ਭਾਗਾਂ ਵਿੱਚ ਆਤਮਾ ਦੇ 17-19 ਵਰਦਾਨ ਦੀ ਸੂਚੀ ਹੈ। ਇਸ ਉੱਤੇ ਨਿਰਭਰ ਕਰਦਿਆਂ ਕਿ ਆਪ ਉਹਨਾਂ ਨੂੰ ਕਿਵੇਂ ਜਥੇਬੰਦ ਕਰਦੇ ਹੋ। ਇੱਥੇ ਹਾਜ਼ਰ ਹਰੇਕ ਵਿਅਕਤੀ ਕੋਲ 1 ਜਾਂ 2 ਤੋਂ ਜ਼ਿਆਦਾ ਵਰਦਾਨ ਹਨ। ਭਾਗ 2, ਵਰਦਾਨਾਂ ਦਾ ਪ੍ਰਦਰਸ਼ਨ। ਹੁਣ ਇਹਨਾਂ ਵਰਦਾਨਾਂ ਨੂੰ ਕੁਝ ਸ਼੍ਰੇਣੀਆਂ ਵਿੱਚ ਜਥੇਬੰਦ ਕੀਤਾ ਗਿਆ ਹੈ। ਊੜਾ ਭਾਗ, ਪਰਮੇਸ਼ਰ ਦੇ ਲੋਕਾਂ ਨੂੰ ਲੈਸ ਕਰਨ ਲਈ ਖਾਸ ਵਰਦਾਨ। ਖਾਸ ਵਰਦਾਨ ਰਸੂਲ, ਨਬੀ, ਪ੍ਰਚਾਰਕ ਅਤੇ ਸਿੱਖਿਆ ਦੇਣ ਵਾਲੇ ਹਨ। ਇਹ ਖਾਸ ਵਰਦਾਨ ਹਨ ਜੋ ਪਰਮੇਸ਼ਰ ਨੇ ਕਲੀਸਿਆ ਨੂੰ, ਪਰਮੇਸ਼ਰ ਦੇ ਲੋਕਾਂ ਨੂੰ ਲੈਸ ਕਰਨ ਲਈ ਦਿੱਤੇ ਹਨ। ਖਾਸ ਵਰਦਾਨ ਇਹ ਇੱਕ ਸ਼੍ਰੇਣੀ ਹੈ। ਭਾਗ ਐੜਾ, ਪਰਮੇਸ਼ਰ ਦੀ ਸੱਚਾਈ ਦੀ ਵਿਆਖਿਆ ਕਰਨ ਲਈ ਬੋਲਣ ਵਾਲੇ ਵਰਦਾਨ। ਪਰਮੇਸ਼ਰ ਦੀ ਸੱਚਾਈ ਦੀ ਵਿਆਖਿਆ ਕਰਨ ਲਈ ਇਹ ਬੋਲਣ ਵਾਲੇ ਵਰਦਾਨ ਹਨ। ਭਵਿੱਖਬਾਣੀ, ਸਿੱਖਿਆ, ਤਾੜਨਾ, ਬੁੱਧ ਦਾ ਵਚਨ, ਗਿਆਨ ਵਾਲਾ ਵਚਨ। ਭਾਗ ਈੜੀ, ਪਰਮੇਸ਼ਰ ਦੇ ਕਾਰਜ ਨੂੰ ਯੋਗ ਬਣਾਉਣ ਲਈ ਸੇਵਾ ਦੇ ਵਰਦਾਨ। ਫਿਰ ਇਸ ਤੋਂ ਬਾਅਦ ਕੁਝ ਸੇਵਾ ਨਾਲ ਸੰਬੰਧਿਤ ਵਰਦਾਨ ਹਨ। ਇਹ ਸੇਵਾ ਦੇ ਵਰਦਾਨ ਪਰਮੇਸ਼ਰ ਦੇ ਕਾਰਜ ਨੂੰ ਯੋਗ ਬਣਾਉਣ ਲਈ ਹਨ ਅਤੇ ਇਸ ਸ਼੍ਰੇਣੀ ਵਿੱਚ ਸੇਵਾ, ਮਦਦ, ਅਗਵਾਈ, ਪ੍ਰਬੰਧ, ਦਾਨ ਦੇਣਾ, ਤਰਸ ਕਰਨਾ, ਸਮਝ, ਨੇਚਾ ਅਤੇ ਔ ਭਗਤ ਸ਼ਾਮਿਲ ਹਨ। ਭਾਗ ਸੱਸਾ, ਪਰਮੇਸ਼ਰ ਦੇ ਇਖਤਿਆਰ ਨੂੰ ਸਥਾਪਿਤ ਕਰਨ ਲਈ ਚਿੰਨ੍ਹਾਂ ਵਾਲੇ ਵਰਦਾਨ। ਅਤੇ ਆਖਰ ਵਿੱਚ ਇਹ ਚਿੰਨ੍ਹ ਵਾਲੇ ਵਰਦਾਨ ਪਰਮੇਸ਼ਰ ਦੇ ਵਚਨ ਦੇ ਸੰਪੂਰਨ ਤੌਰ ਤੇ ਲਿਖੇ ਜਾਣ ਤੋਂ ਪਹਿਲਾਂ ਦਿੱਤੇ ਗਏ ਸਨ, ਤਾਂ ਕਿ ਜਦੋਂ ਪਰਮੇਸ਼ਰ ਦਾ ਇੱਕ ਬੰਦਾ ਬੋਲਿਆ ਸੀ ਤਦ ਉਹ ਪਵਿੱਤਰ ਆਤਮਾ ਦੇ ਅਦਭੁਤ ਕਾਰਜ ਨਾਲ ਆਪਣੇ ਸੰਦੇਸ਼ ਦੇ ਇਖਤਿਆਰ ਨੂੰ ਦਰਸਾਉਂਦਾ ਔਰ ਉਹਦੇ ਯੋਗ ਸੀ ਜੋ ਕਿ ਉਸ ਨੂੰ ਉਸ ਖਾਸ ਸਮੇਂ ਦੇ ਲਈ ਦਿੱਤਾ ਗਿਆ ਸੀ। ਅਤੇ ਇਹ ਚਿੰਨ੍ਹ ਵਾਲੇ ਵਰਦਾਨ ਸਨ ਬੋਲੀਆਂ ਦਾ ਅਰਥ ਦੱਸਣਾ, ਅਚੰਭੇ ਅਤੇ ਚੰਗਿਆਈ। ਵਰਦਾਨਾਂ ਬਾਰੇ ਨਜ਼ਰੀਆ। ਹੁਣ ਉਹ ਵਰਦਾਨਾਂ ਦੀ ਪੇਸ਼ਕਸ਼ ਹੈ। ਤੀਸਰੀ ਗੱਲ, ਮੈਂ ਚਾਹੁੰਦਾ ਹਾਂ ਕਿ ਆਪ ਵਰਦਾਨਾਂ ਦੇ ਬਾਰੇ ਨਜ਼ਰੀਏ ਉੱਤੇ ਗੌਰ ਕਰੋ। ਇਸ ਵਿੱਚ ਹੋਰ ਜ਼ਿਆਦਾ ਅੱਗੇ ਵਧਣ ਤੋਂ ਪਹਿਲਾਂ ਮੈਂ ਕੁਝ ਗੱਲਾਂ ਆਪਣੀਆਂ ਚਾਹੁੰਦਾ ਹਾਂ ਤਾਂ ਕਿ ਆਪ ਸਾਰੇ ਜਾਣ ਲਓ ਕਿ ਅਸੀਂ ਕਿੱਥੋਂ ਆ ਰਹੇ ਹਾਂ ਅਤੇ ਆਪ ਆਪਣੇ ਦੋਸਤਾਂ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਇਸ ਬਾਰੇ ਸੋਚ ਸਕਦੇ ਹੋ। ਪਰ ਵਰਦਾਨਾਂ ਬਾਰੇ ਨਜ਼ਰੀਆ ਕੁਝ ਇਸ ਤਰ੍ਹਾਂ ਹੈ ਕਿਉਂਕਿ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਇਸ ਨੂੰ ਸਮਝੀਏ। ਇਸ ਕਰਕੇ ਉਸ ਨੇ ਸਾਨੂੰ ਕਰੰਥੀਆਂ, ਰੋਮੀਓ ਅਤੇ ਇਫਸੀਆ ਵਿੱਚ ਪਾਏ ਜਾਣ ਵਾਲੇ ਪਹਿਲੇ ਲਿਖੇ ਵਚਨਾਂ ਵਿੱਚ ਸੁਚੇਤ ਜਾਣਕਾਰੀ ਬਖਸ਼ੀ ਹੈ। ਭਾਗ ਊੜਾ, ਇਹ ਵਰਦਾਨ ਕੁਦਰਤੀ ਯੋਗਤਾਵਾਂ ਜਾਂ ਤੋੜਿਆਂ ਤੋਂ ਭਿੰਨ ਹਨ ਜੋ ਵਿਸ਼ਵਾਸੀ ਪੈਦਾ ਕਰ ਸਕਦਾ ਹੈ। ਸਾਨੂੰ ਇਹ ਸਮਝ ਦੀ ਜ਼ਰੂਰਤ ਹੈ ਜੋ ਸਾਨੂੰ ਪਰਮੇਸ਼ਰ ਦੁਆਰਾ ਵਰਦਾਨ ਦਿੱਤਾ ਗਿਆ ਹੈ, ਤਦ ਇਹ ਲਾਜ਼ਮੀ ਤੌਰ ਤੇ ਸਾਡੀ ਕੁਦਰਤੀ ਯੋਗਤੀ ਨਹੀਂ ਹੁੰਦੀ। ਪਰਮੇਸ਼ਰ ਦਾ ਵਰਦਾਨ ਅਤੇ ਆਪ ਦੀ ਕੁਦਰਤੀ ਯੋਗਤਾ ਦੇ ਭਿੰਨ ਚੀਜ਼ਾਂ ਹਨ। ਮਿਸਾਲ ਵਜੋਂ ਉਹ ਲੋਕ ਜੋ ਪ੍ਰਭੂ ਨੂੰ ਜਾਣਦੇ ਵੀ ਨਹੀਂ, ਉਹਨਾਂ ਕੋਲ ਕੁਦਰਤੀ ਯੋਗਤਾਵਾਂ ਹੁੰਦੀਆਂ ਹਨ। ਕੀ ਇਹ ਠੀਕ ਨਹੀਂ ਹੈ? ਇਸ ਕਰਕੇ ਜੇਕਰ ਇੱਕ ਵਰਦਾਨ ਇੱਕ ਆਤਮਿਕ ਵਰਦਾਨ ਇੱਕ ਕੁਦਰਤੀ ਯੋਗਤਾ ਵਰਗਾ ਹੀ ਹੈ, ਤਦ ਇਸ ਸਮੀਕਰਨ ਵਿੱਚ ਕੁਝ ਘਾਟ ਹੈ। ਸਾਡੇ ਵਿੱਚੋਂ ਸਾਰੇ ਕੁਦਰਤੀ ਯੋਗਤਾਵਾਂ ਰੱਖਦੇ ਹਨ, ਪਰ ਜਦੋਂ ਅਸੀਂ ਮਸੀਹੀ ਹੋ ਜਾਂਦੇ ਹਾਂ ਤਦ ਪਰਮੇਸ਼ਰ ਸਾਨੂੰ ਸੇਵਾ ਦੀ ਇੱਕ ਖਾਸ ਯੋਗਤਾ ਬਖਸ਼ਦਾ ਹੈ। ਅਕਸਰ ਉਹ ਯੋਗਤਾ ਸਾਡੀ ਕੁਦਰਤੀ ਯੋਗਤਾ ਵਰਗੀ ਹੀ ਜਾਪਦੀ ਹੈ, ਪਰ ਮੈਂ ਇਸ ਨੂੰ ਕਈ ਹਾਲਾਤਾਂ ਵਿੱਚ ਵਰਤਦਾ ਵੇਖ ਚੁੱਕਾ ਹਾਂ ਜਿੱਥੇ ਕਿ ਇੱਕ ਵਿਅਕਤੀ ਆਪਣੇ ਮਨ ਫਰੋਹ ਦੇ ਵਕਤ ਪਰਮੇਸ਼ਰ ਤੋਂ ਇੱਕ ਵਰਦਾਨ ਪਾਉਂਦਾ ਹੈ ਜੋ ਕਿ ਉਸ ਤੋਂ ਬਿਲਕੁਲ ਭਿੰਨ ਹੁੰਦਾ ਹੈ, ਜਿਸ ਦੀ ਕਦੀ ਉਸ ਦੇ ਪਾਉਣ ਦੀ ਕਲਪਨਾ ਵੀ ਆਪ ਕਰ ਸਕੋ। ਅਤੇ ਇਹ ਬਹੁਤ ਹੈਰਾਨ ਕਰਨ ਵਾਲਾ ਹੁੰਦਾ ਹੈ ਕਿਉਂਕਿ ਆਪ ਨੇ ਕਦੇ ਉਸ ਦੀ ਕਿਆਫਾ ਵੀ ਨਹੀਂ ਲਗਾਇਆ ਹੋਵੇਗਾ। ਕੁਝ ਉਹ ਕਰਦਾ ਹੈ ਉਹ ਉਸ ਨੂੰ ਕਰਨ ਦੇ ਯੋਗ ਵੀ ਹੋਵੇਗਾ। ਮੈਂ ਸੋਚਦਾ ਹਾਂ ਕਿ ਪਰਮੇਸ਼ਰ ਇਸ ਨੂੰ ਸਾਡੇ ਵਾਸਤੇ ਸਿੱਧ ਕਰਨ ਲਈ ਕਰਦਾ ਹੈ ਕਿ ਉਹ ਵਰਦਾਨ ਉਸੇ ਵੱਲੋਂ ਹੈ ਅਤੇ ਇਹ ਸਾਡੀ ਖੁਦ ਦੀ ਯੋਗਤਾ ਵਿੱਚ ਕੋਈ ਕੀਤਾ ਗਿਆ ਵਾਧਾ ਹੀ ਨਹੀਂ ਹੈ। ਅਤੇ ਸੱਚਮੁੱਚ ਜੇਕਰ ਆਪ ਸ਼ੁਰੂ ਵਿੱਚ ਇਸ ਕੋਲ ਵਾਪਸ ਆਓ ਤਦ ਆਪ ਜਾਓਗੇ ਕਿ ਸਾਡੀਆਂ ਕੁਦਰਤੀ ਯੋਗਤਾਵਾਂ ਵੀ ਪਰਮੇਸ਼ਰ ਵੱਲੋਂ ਇੱਕ ਵਰਦਾਨ ਹੀ ਹਨ। ਕੀ ਇਹ ਸੱਚ ਨਹੀਂ? ਸਾਡੇ ਕੋਲ ਜੋ ਕੁਝ ਵੀ ਹੈ ਉਹ ਪਰਮੇਸ਼ਰ ਵੱਲੋਂ ਹੀ ਹੈ। ਪਰ ਮੈਂ ਚਾਹੁੰਦਾ ਹਾਂ ਕਿ ਆਪ ਇਹ ਸਮਝ ਲਓ ਕਿ ਬਸ ਕਿਉਂਕਿ ਆਪ ਵਿੱਚ ਬੋਲਣ ਦੀ ਇੱਕ ਯੋਗਤਾ ਪਾਈ ਜਾਂਦੀ ਹੈ, ਇਸ ਦਾ ਅਰਥ ਇਹ ਨਹੀਂ ਹੁੰਦਾ ਆਪ ਨੂੰ ਇੱਕ ਪ੍ਰਚਾਰਕ ਹੋਣਾ ਚਾਹੀਦਾ ਹੈ ਜਾਂ ਫਿਰ
ਬਸ ਕਿਉਂਕਿ ਆਪ ਵਿੱਚ ਅਗਵਾਈ ਕਰਨ ਦੀ ਯੋਗਤਾ ਹੈ। ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਆਪ ਨੂੰ ਅਗਵਾਈ ਦਾ ਵਰਦਾਨ ਦਿੱਤਾ ਗਿਆ ਹੈ। ਅਸੀਂ ਇਹ ਉਹ ਕਰਨ ਜਾ ਰਹੇ ਹਾਂ ਕਿ ਇਹ ਕਿਵੇਂ ਕਾਰਜਸ਼ੀਲ ਹੁੰਦਾ ਹੈ। ਜਿਉਂ-ਜਿਉਂ ਅਸੀਂ ਇਸ ਲੜੀ ਵਿੱਚ ਅੱਗੇ ਵਧਾਂਗੇ, ਐੜਾ ਭਾਗ ਵਰਦਾਨ ਆਤਮਾ ਦੇ ਫਲ ਤੋਂ ਭਿੰਨ ਹਨ। ਦੂਸਰੀ ਗੱਲ ਮੈਂ ਇਹ ਚਾਹੁੰਦਾ ਹਾਂ ਕਿ ਆਪ ਗੌਰ ਕਰੋ ਕਿ ਵਰਦਾਨ ਆਤਮਾ ਦੇ ਫਲ ਤੋਂ ਭਿੰਨ ਹਨ। ਆਤਮਾ ਦੇ ਵਰਦਾਨ ਅਤੇ ਆਤਮਾ ਦਾ ਫਲ ਭਿੰਨ ਹੈ। ਹੁਣ ਆਪ ਦੱਸੋ ਕਿ ਆਤਮਾ ਦੇ ਫਲ ਕੀ ਹੈ? ਇਹ ਹੈ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫਾਦਾਰੀ, ਨਰਮਾਈ, ਸੰਜਮ। ਆਪ ਗਲਤੀਆਂ ਵਿੱਚ ਪਾਈ ਜਾਣ ਵਾਲੀ ਉਸ ਸੂਚੀ ਨੂੰ ਜਾਣਦੇ ਹੋ। ਇਹ ਸਾਨੂੰ ਸਾਡੇ ਵਤੀਰੇ ਦੇ ਲਿਹਾਜ਼ ਨਾਲ ਯੋਗਤਾ ਬਖਸ਼ਦੇ ਹਨ। ਅਸੀਂ ਪ੍ਰੇਮ, ਆਨੰਦ ਅਤੇ ਸ਼ਾਂਤੀ ਨਾਲ ਭਰੇ ਜਾਂਦੇ ਹਾਂ, ਪਰ ਜਦੋਂ ਸਾਨੂੰ ਵਰਦਾਨ ਦਿੱਤੇ ਜਾਂਦੇ ਹਨ ਤਦ ਇਸ ਸੂਚੀ ਦੀ ਤਰ੍ਹਾਂ ਸਾਡੇ ਕੋਲ ਇੱਕ ਖਾਸ ਯੋਗਤਾ ਹੁੰਦੀ ਹੈ, ਠੀਕ ਜਿਸ ਤਰ੍ਹਾਂ ਅਸੀਂ ਇਹਨਾਂ ਸ਼੍ਰੇਣੀਆਂ ਉੱਤੇ ਗੌਰ ਕੀਤਾ ਸੀ। ਸੋ ਦੋਸਤੋ, ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਹੋ ਜਿਹਾ ਲੱਗਾ? ਉਮੀਦ ਕਰਦੇ ਹਾਂ ਕਿ ਦਿਸ਼ਾ ਪਰਿਵਰਤਨ ਦਾ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਤਮਿਕ ਵਰਦਾਨਾਂ ਬਾਰੇ ਗੱਲਬਾਤ ਕਰ ਰਹੇ ਸੀ। ਇਸ ਦੇ ਲਈ ਬਾਈਬਲ ਵਿੱਚੋਂ ਜੋ ਹਵਾਲੇ ਇਸਤੇਮਾਲ ਕੀਤੇ ਗਏ ਉਹ ਹਨ: ਪਹਿਲਾ ਕਰੰਥੀਆਂ 12 ਅਧਿਆਇ 8 ਆਇਤ ਤੋਂ ਲੈ ਕੇ 10 ਆਇਤ ਤੱਕ, ਰੋਮੀਆਂ ਦੀ ਪੱਤਰੀ ਦੇ 12 ਅਧਿਆਇ ਦੀ 6 ਆਇਤ ਤੋਂ ਲੈ ਕੇ 8 ਆਇਤ ਤੱਕ, ਅਤੇ ਅਫਸੀਆਂ 4 ਅਧਿਆਇ ਦੀ 11 ਅਤੇ 12 ਆਇਤ। ਅਸੀਂ ਆਤਮਿਕ ਵਰਦਾਨਾਂ ਦੇ ਵਿਸ਼ੇ ਦੀ ਰੂਪਰੇਖਾ ਦੇ ਉੱਤੇ ਗੌਰ ਕਰ ਰਹੇ ਸੀ। ਰੂਪਰੇਖਾ ਦੇ ਪਹਿਲੇ ਹਿੱਸੇ ਦੇ ਵਿੱਚ ਅਸੀਂ ਬਾਈਬਲ ਦੇ ਉਹਨਾਂ ਭਾਗਾਂ ਦੇ ਉੱਤੇ ਗੌਰ ਕੀਤਾ ਜੋ ਆਤਮਿਕ ਵਰਦਾਨਾਂ ਬਾਰੇ ਗੱਲ ਕਰਦੇ ਹਨ। ਦੂਜੇ ਹਿੱਸੇ ਦੇ ਵਿੱਚ ਅਸੀਂ ਆਤਮਿਕ ਵਰਦਾਨਾਂ ਦੇ ਪ੍ਰਦਰਸ਼ਨ ਬਾਰੇ ਗੌਰ ਕੀਤਾ। ਇਸ ਦੇ ਤੀਜੇ ਹਿੱਸੇ ਦੇ ਵਿੱਚ ਵਰਦਾਨਾਂ ਦੇ ਪ੍ਰਤੀ ਨਜ਼ਰੀਏ ਦਾ ਜ਼ਿਕਰ ਹੈ। ਸਮੇਂ ਦੀ ਘਾਟ ਕਰਕੇ ਇਸ ਹਿੱਸੇ ਨੂੰ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਵੇਖ ਸਕੇ। ਇਸ ਦੇ ਉੱਤੇ ਅਸੀਂ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਦੋਸਤੋ, ਪਰਮੇਸ਼ਰ ਦੇ ਵੱਲੋਂ ਦਿੱਤੇ ਗਏ ਆਤਮਿਕ ਵਰਦਾਨ ਉਹ ਤੋਹਫੇ ਹਨ ਜਿਨ੍ਹਾਂ ਨੂੰ ਸਾਨੂੰ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ ਹੈ। ਇਹ ਉਹ ਉਪਹਾਰ ਹਨ ਜੋ ਕਿ ਸਾਨੂੰ ਖਾਸ ਉਦੇਸ਼ ਵਾਸਤੇ ਦਿੱਤੇ ਜਾਂਦੇ ਹਨ। ਕਿਸੇ ਨੂੰ ਚੰਗਾ ਕਰਨ ਦਾ ਵਰਦਾਨ ਇਸ ਕਰਕੇ ਮਿਲਦਾ ਹੈ ਕਿ ਉਹ ਕਲੀਸਿਆ ਦੇ ਲੋਕਾਂ ਦੀ ਸਰੀਰਿਕ ਦੁੱਖਾਂ ਨੂੰ ਦੂਰ ਕਰ ਸਕੇ। ਕਿਸੇ ਨੂੰ ਭਵਿੱਖਬਾਣੀ ਦਾ ਵਰਦਾਨ ਦਿੱਤਾ ਜਾਂਦਾ ਹੈ ਤਾਂ ਜੋ ਪਰਮੇਸ਼ਵਰ ਦੀ ਗੱਲ ਨੂੰ ਕਲੀਸਿਆ ਤੱਕ ਪਹੁੰਚਾਵੇ, ਤਾਂ ਜੋ ਪਰਮੇਸ਼ਵਰ ਦੇ ਲੋਕ ਤਰੱਕੀ ਕਰ ਸਕਣ। ਹੁਣ ਸਾਨੂੰ ਇਜਾਜ਼ਤ ਦਿਓ, ਸਮਾਂ ਹੈ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ। ਜੇਕਰ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਾ ਤਾਂ ਸਾਨੂੰ ਫੋਨ ਕਰਕੇ ਜ਼ਰੂਰ ਦੱਸੋ। ਸਾਡੇ ਸੰਪਰਕ ਨੰਬਰ ਤੁਹਾਡੀ ਟੀਵੀ ਦੀ ਸਕਰੀਨ ਤੇ ਫਲੈਸ਼ ਕਰ ਰਹੇ ਹਨ, ਇਹਨਾਂ ਨੂੰ ਨੋਟ ਕਰ ਲਓ। ਆਓ ਪ੍ਰਾਰਥਨਾ ਕਰੀਏ। ਸਾਡੇ ਸੱਚੇ ਜਿੰਦਾ ਜਲਾਲੀ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਅੱਜ ਤੁਸੀਂ ਸਾਨੂੰ ਪਿਤਾ ਪਰਮੇਸ਼ਰ ਇੱਕ ਵਾਰ ਫਿਰ ਤੋਂ ਆਪਣੀ ਬਰਕਤ ਦਿੱਤੀ। ਤੁਸੀਂ ਆਤਮਿਕ ਗੱਲਾਂ ਦੇ ਗੂੜੇ ਰਾਜ਼ਾਂ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਤੁਸੀਂ ਦੱਸਿਆ ਕਿ ਪ੍ਰਭੂ ਪਵਿੱਤਰ ਆਤਮਾ ਦੇ ਜਿਹੜੇ ਵਰਦਾਨ ਸਾਨੂੰ ਦਿੱਤੇ ਗਏ ਹਨ ਉਹਨਾਂ ਦਾ ਇੱਕ ਖਾਸ ਉਦੇਸ਼ ਹੈ। ਪ੍ਰਭੂ, ਮੈਂ ਪ੍ਰਾਰਥਨਾ ਕਰਦਾ ਅਸੀਂ ਜਿੰਨੇ ਵੀ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਾਂ ਪ੍ਰਭੂ, ਇਸ ਗੱਲ ਨੂੰ ਸਮਝ ਸਕਣ ਔਰ ਆਪਣੇ ਆਪ ਨੂੰ ਪਿਤਾ ਪਰਮੇਸ਼ਵਰ ਉੱਥੇ ਰੱਖ ਸਕਣ ਜਿੱਥੇ ਪਿਤਾ ਪਰਮੇਸ਼ਵਰ ਤੁਸੀਂ ਉਹਨਾਂ ਨੂੰ ਉਹ ਵਰਦਾਨ ਦਿੱਤਾ ਹੈ, ਜਿਹਦੀ ਪ੍ਰਭੂ ਜੀ ਤੁਹਾਡੇ ਤੋਂ ਮੰਗ ਹੈ ਕਿ ਉਹਨਾਂ ਦਾ ਇਸਤੇਮਾਲ ਕਰਕੇ ਕਲੀਸਿਆ ਦੀ ਉન્નਤੀ ਕਰਨ। ਪਿਤਾ, ਸਾਡੀ ਸਮਝ ਨੂੰ ਖੋਲੋ ਔਰ ਸਾਡੇ ਅੰਦਰ ਸਮਰਪਣ ਦਾ ਭਾਵ ਪੈਦਾ ਕਰੋ। ਅਸੀਂ ਆਪਣੇ ਆਪ ਨੂੰ ਤੁਹਾਡੇ ਚਰਨਾਂ 'ਚ ਸੌਂਪਦੇ ਹਾਂ ਔਰ ਇਹ ਪ੍ਰਾਰਥਨਾ ਯਿਸੂ ਨਾਸਰੀ ਜੀ ਦੇ ਨਾਂ 'ਚ ਮੰਗਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।